Wish you a very good morning, students. Myself, Nanak Singh, Assistant Professor of English in Krishna College of Higher Education, Early. Welcome to the spoken English class. Today's topic is sentence and its type. Students, ਅੱਜ ਅਸੀਂ ਡਿਸਕਸ ਕਰਾਂਗੇ ਕਿ ਸੈਂਟੈਂਸ ਕੀ ਹੁੰਦਾ ਤੇ ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ। ਹਾਂਜੀ ਸਟੂਡੈਂਟਸ, ਸਭ ਤੋਂ ਪਹਿਲਾਂ ਤਾਂ ਆਪਾਂ ਨੇ ਇਹ ਦੇਖਣਾ ਕਿ ਵਾਟ ਇਜ਼ ਸੈਂਟੈਂਸ। ਅਸਲ ਵਿੱਚ ਸੈਂਟੈਂਸ ਜਾਂ ਵਾਕ ਹੁੰਦਾ ਕੀ ਹੈ। ਦੇਖੋ ਸਟੂਡੈਂਟਸ, ਇਨ ਐਵਰੀ ਲੈਂਗੁਏਜ ਹਰ ਇੱਕ ਭਾਸ਼ਾ ਦੇ ਵਿੱਚ ਦੇਅਰ ਇਜ਼ ਅ ਨੀਡ, ਉੱਥੇ ਜ਼ਰੂਰਤ ਹੁੰਦੀ ਹੈ ਆਫ ਗਰੁੱਪ ਆਫ ਵਰਡਸ, ਸ਼ਬਦਾਂ ਦੇ ਇੱਕ ਸਮੂਹ ਦੀ। ਤਾਂ ਹਰ ਇੱਕ ਲੈਂਗੁਏਜ ਦੇ ਵਿੱਚ ਸ਼ਬਦਾਂ ਦੇ ਇੱਕ ਸਮੂਹ ਦੀ ਜ਼ਰੂਰਤ ਹੁੰਦੀ ਹੈ which can communicate of a complete message, ਜਿਹੜਾ ਤੁਹਾਨੂੰ ਇੱਕ ਪੂਰਾ ਮੈਸੇਜ ਕਨਵੇ ਕਰੇ, is called a sentence, ਉਸ ਨੂੰ ਹੀ ਵਾਕ ਕਿਹਾ ਜਾਂਦਾ ਹੈ। ਤਾਂ ਸਟੂਡੈਂਟਸ ਇਸ ਨੂੰ ਚੰਗੀ ਤਰ੍ਹਾਂ ਸਮਝੋ ਕਿ in every language there is a need of group of words which can communicate of a complete message is called a sentence। ਦੇਖੋ ਸਟੂਡੈਂਟਸ, ਹਰ ਇੱਕ ਭਾਸ਼ਾ ਦੇ ਵਿੱਚ ਸ਼ਬਦਾਂ ਦਾ ਇੱਕ ਸਮੂਹ ਹੁੰਦਾ ਹੈ ਜਿਸ ਤੋਂ ਸਾਨੂੰ ਇੱਕ ਪੂਰਾ ਮੈਸੇਜ ਕਨਵੇ ਹੁੰਦਾ ਹੈ, ਸਾਨੂੰ ਇੱਕ ਪੂਰੀ ਗੱਲ ਸਮਝ ਦੇ ਵਿੱਚ ਆਉਂਦੀ ਹੈ ਉਹ ਸ਼ਬਦਾਂ ਦੇ ਸਮੂਹ ਨਾਲ, ਉਸ ਨੂੰ ਹੀ ਵਾਕ ਕਿਹਾ ਜਾਂਦਾ ਹੈ। ਤਾਂ ਸੈਂਟੈਂਸ ਨੂੰ ਸਮਝਣ ਦੇ ਲਈ ਇੱਕ ਐਗਜ਼ਾਮਪਲ ਦੇਖੋ, ਦਾ ਸਕਾਈ ਇਜ਼ ਬਲੂ, ਅਸਮਾਨ ਨੀਲਾ ਹੈ। ਤਾਂ ਸਟੂਡੈਂਟਸ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਕੀ ਹੈ, ਇਹ ਗਰੁੱਪ ਆਫ ਵਰਡਸ ਹੈ, ਸ਼ਬਦਾਂ ਦਾ ਇੱਕ ਸਮੂਹ ਹੈ ਅਤੇ ਇਸ ਤੋਂ ਤੁਹਾਨੂੰ ਕੀ ਹੈ ਇੱਕ ਕੰਪਲੀਟ ਮੈਸੇਜ ਮਿਲ ਰਿਹਾ ਹੈਗਾ। ਕੰਪਲੀਟ ਮੈਸੇਜ ਕੀ ਮਿਲ ਰਿਹਾ ਕਿ ਅਸਮਾਨ ਕੀ ਹੈ, ਨੀਲਾ ਹੈ। ਤਾਂ ਇਹੀ ਜਦੋਂ ਸਾਨੂੰ ਕੰਪਲੀਟ ਮੈਸੇਜ ਕਨਵੇ ਹੋਵੇ ਅਤੇ ਸ਼ਬਦਾਂ ਦੇ ਉਸ ਸਮੂਹ ਨੂੰ ਅਸੀਂ ਸੈਂਟੈਂਸ ਆਖਦੇ ਹਾਂ। ਇਸ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਇੱਕ ਸੈਕੰਡ ਐਗਜ਼ਾਮਪਲ ਦੇਖੋ। ਸੈਕੰਡ ਡੈਫੀਨੇਸ਼ਨ ਕੀ ਕਹਿ ਰਹੀ ਹੈ ਸਾਡੀ, ਆ ਗਰੁੱਪ ਆਫ ਵਰਡਸ, ਸ਼ਬਦਾਂ ਦਾ ਇੱਕ ਸਮੂਹ ਵਿਚ ਇਜ ਸੈੱਟ, ਜਿਹੜਾ ਸੈੱਟ ਕੀਤਾ ਗਿਆ ਹੈਗਾ ਅਕੋਰਡਿੰਗ ਟੂ ਗ੍ਰਾਮੈਟੀਕਲ ਰੂਲਸ, ਗ੍ਰਾਮਰ ਦੇ ਰੂਲਸ ਫੋਲੋ ਕਰਕੇ ਉਸ ਨੂੰ ਬਣਾਇਆ ਗਿਆ ਸ਼ਬਦਾਂ ਦੇ ਸਮੂਹ ਨੂੰ, ਐਂਡ ਕ੍ਰੀਏਟਜ ਆ ਸੈਂਸ, ਅਤੇ ਇੱਕ ਸੈਂਸ ਕ੍ਰੀਏਟ ਕਰਦਾ ਹੈਗਾ, ਸਮਝ ਪੈਦਾ ਕਰਦਾ ਹੈਗਾ ਟੂ ਦਾ ਲਿਸਨਰ, ਸੁਣਨ ਵਾਲੇ ਨੂੰ, ਇਜ਼ ਕਾਲਡ ਆ ਸੈਂਟੈਂਸ, ਉਸ ਨੂੰ ਹੀ ਵਾਕ ਕਿਹਾ ਜਾਂਦਾ ਹੈ। ਤਾਂ ਸਟੂਡੈਂਟਸ ਇਹ ਡੈਫੀਨੇਸ਼ਨ ਕੀ ਕਹਿੰਦੀ ਹੈ, ਕਹਿੰਦੇ ਸ਼ਬਦਾਂ ਦਾ ਇੱਕ ਸਮੂਹ ਜਿਹੜਾ ਗ੍ਰਾਮਰ ਦੇ ਰੂਲਸ ਫੋਲੋ ਕਰਕੇ ਬਣਾਇਆ, ਸੈੱਟ ਕੀਤਾ ਗਿਆ, ਅਤੇ ਲਿਸਨਰ ਜੋ ਵੀ ਸਾਡਾ ਸਰੋਤਾ ਹੈਗਾ, ਸੁਣਨ ਵਾਲਾ, ਉਸ ਨੂੰ ਉਹ ਗੱਲ ਦੀ ਸਮਝ ਆਉਂਦੀ ਹੈ, ਉਸ ਨੂੰ ਮੈਸੇਜ ਪਤਾ ਲੱਗਦਾ ਹੈ, ਉਸ ਨੂੰ ਹੀ ਕੀ ਕਿਹਾ ਜਾਂਦਾ ਹੈਗਾ, ਸੈਂਟੈਂਸ ਕਿਹਾ ਜਾਂਦਾ। ਤਾਂ ਸਟੂਡੈਂਟਸ ਸੈਂਟੈਂਸ ਕੀ ਹੈ, ਸ਼ਬਦਾਂ ਦਾ ਇੱਕ ਸਮੂਹ ਹੁੰਦਾ ਹੈਗਾ ਜਿਹੜਾ ਗ੍ਰਾਮਰ ਦੇ ਰੂਲਸ ਫੋਲੋ ਕਰਕੇ ਬਣਾਇਆ ਜਾਂਦਾ ਹੈਗਾ ਅਤੇ ਲਿਸਨਰ ਦੇ ਲਈ ਇੱਕ ਸਮਝ ਪੈਦਾ ਕਰਦਾ ਹੈਗਾ, ਉਸ ਨੂੰ ਹੀ ਅਸੀਂ ਵਾਕ ਕਹਿੰਦੇ ਹਾਂ। ਤਾਂ ਸਟੂਡੈਂਟਸ ਇਹ ਸੀ ਵਾਕ। ਜੀ ਸਟੂਡੈਂਟਸ, ਹੁਣ ਵੀ ਵਿਲ ਡਿਸਕਸ ਅਬਾਊਟ ਟਾਈਪਸ ਆਫ ਆ ਸੈਂਟੈਂਸ, ਕਿ ਇੱਕ ਸੈਂਟੈਂਸ ਦੀਆਂ ਕਿੰਨੀ ਕਿਸਮਾਂ ਹੁੰਦੀਆਂ ਨੇ। ਤਾਂ ਸਟੂਡੈਂਟਸ ਕੀ ਹੈ, ਸੈਂਟੈਂਸ ਨੂੰ ਅਸੀਂ ਦੋ ਕੈਟੇਗਰੀਜ਼ ਦੇ ਵਿੱਚ ਕੀ ਹੈ ਡਿਵਾਈਡ ਕਰ ਦਿਆਂਗੇ। ਇਸ ਨੂੰ ਮੈਂ ਤੁਹਾਨੂੰ ਸੈਂਟੈਂਸ ਦੀਆਂ ਦੋ ਕੈਟੇਗਰੀ 'ਚ ਰੱਖੀਆਂ ਨੇਗੀਆਂ, ਕਲਾਸੀਫਿਕੇਸ਼ਨ 1 ਐਂਡ ਕਲਾਸੀਫਿਕੇਸ਼ਨ 2। ਤਾਂ ਕਲਾਸੀਫਿਕੇਸ਼ਨ 1 ਹੁੰਦੀ ਹੈ ਜਿਹੜੀ, ਇਹਦੇ ਵਿੱਚ ਕਿਹੜੀ ਕਾਈਂਡਸ ਹੁੰਦੀਆਂ ਨੇਗੀਆਂ ਸੈਂਟੈਂਸ ਦੀਆਂ। ਸਭ ਤੋਂ ਪਹਿਲਾਂ ਤਾਂ ਹੁੰਦਾ assertive or declarative sentence, second imperative sentence, third interrogative sentence, and the fourth one is exclamatory sentence। ਇਸੇ ਤਰ੍ਹਾਂ ਸਟੂਡੈਂਟਸ ਕੀ ਹੈ, ਸੈਕੰਡ ਕਲਾਸੀਫਿਕੇਸ਼ਨ ਦੇ ਵਿੱਚ ਕਿਹੜੇ ਸੈਂਟੈਂਸ ਦੀਆਂ ਕਿਸਮਾਂ ਨੇਗੀਆਂ, ਐਫਰਮੇਟਿਵ ਸੈਂਟੈਂਸ, ਨੈਗੇਟਿਵ ਸੈਂਟੈਂਸ, ਇੰਟਰੋਗੇਟਿਵ ਸੈਂਟੈਂਸ ਐਂਡ ਨੈਗੇਟਿਵ ਇੰਟੈਰੋਗੇਟਿਵ ਸੈਂਟੈਂਸ। ਇਹ ਸਟੂਡੈਂਟਸ ਕੀ ਹੈ, ਨੈਗੇਟਿਵ ਇੰਟੈਰੋਗੇਟਿਵ ਸੈਂਟੈਂਸ ਹੈ, ਨੈਗੇਟਿਵ ਇੰਟਰੋਗੇਟਿਵ।
ਨੈਗੇਟਿਵ ਇੰਟਰੋਗੇਟਿਵ ਸੈਂਟੈਂਸ। ਠੀਕ ਹੈ ਸਟੂਡੈਂਟਸ, ਹੁਣ ਅਸੀਂ ਦੇਖਦੇ ਹਾਂ ਸਟੂਡੈਂਟਸ ਕਿ ਪਹਿਲਾਂ ਆਪਾਂ ਨੇ ਕੀ ਕਰਨਾ ਹੈ, ਕਲਾਸੀਫਿਕੇਸ਼ਨ 1 ਹੈ ਜੋ ਇਹਦੇ ਵਿੱਚ ਜੋ 4 ਕਿਸਮਾਂ ਨੇਗੀਆਂ, assertive, imperative, interrogative and exclamatory। ਪਹਿਲਾਂ ਸਟੂਡੈਂਟਸ ਆਪਾਂ ਇਹ ਦੇਖਦੇ ਹਾਂ ਕਿ assertive ਔਰ ਡੈਕਲੇਰੇਟਿਵ ਸੈਂਟੈਂਸ ਕੀ ਹੁੰਦੇ ਹੈਗੇ। ਹਾਂਜੀ ਸਟੂਡੈਂਟਸ ਦੇਖੋ, assertive ਸੈਂਟੈਂਸ, assertive ਔਰ ਡੈਕਲੇਰੇਟਿਵ ਸੈਂਟੈਂਸ ਕਿਹੜੇ ਹੁੰਦੇ ਆ? ਸੱਚ ਸੈਂਟੈਂਸ ਸਟੇਟ ਆ ਫੈਕਟ, opinion ਔਰ ਆਈਡੀਆ। ਤਾਂ ਸਟੂਡੈਂਟਸ ਉਹ ਸੈਂਟੈਂਸ ਜਿਨ੍ਹਾਂ ਵਿੱਚ ਕੋਈ ਫੈਕਟ ਦਿੱਤਾ ਹੁੰਦਾ ਹੈਗਾ, ਸੱਚਾਈ ਦਿੱਤੀ ਹੁੰਦੀ ਹੈ, opinion ਜਾਂ ਫਿਰ ਤੁਸੀਂ ਆਪਣਾ ਵਿਚਾਰ ਦਿੰਦੇ ਹੋ, ਔਰ ਆਈਡੀਆ ਜਾਂ ਫਿਰ ਤੁਹਾਡਾ ਕੋਈ ਆਈਡੀਆ ਹੁੰਦਾ ਹੈਗਾ। ਤਾਂ ਸਟੂਡੈਂਟਸ ਉਹ ਸੈਂਟੈਂਸ ਜਿਨ੍ਹਾਂ ਵਿੱਚ ਕੋਈ ਸੱਚ ਦੱਸਿਆ ਜਾਂਦਾ ਹੈ ਜਾਂ ਫਿਰ ਤੁਹਾਡਾ ਕੋਈ ਵਿਚਾਰ ਹੁੰਦਾ ਹੈਗਾ ਜਿਨ੍ਹਾਂ ਵਿੱਚ, ਉਹਨਾਂ ਨੂੰ ਅਸੀਂ ਐਸਰਟਿਵ ਔਰ ਡੈਕਲੇਰੇਟਿਵ ਸੈਂਟੈਂਸ ਆਖਦੇ ਹਾਂ। ਹੁਣ ਫੈਕਟ ਕਿਵੇਂ ਪਤਾ ਲੱਗਦਾ ਜਿਨ੍ਹਾਂ ਸੈਂਟੈਂਸ ਦੇ ਵਿੱਚ? ਜਿਵੇਂ ਦੇਖੋ ਸਟੂਡੈਂਟਸ, ਮਹਾਤਮਾ ਗਾਂਧੀ ਇਜ਼ ਨੋਨ ਐਜ਼ ਦਾ ਫਾਦਰ ਆਫ ਨੇਸ਼ਨ। ਮਹਾਤਮਾ ਗਾਂਧੀ ਨੂੰ ਦੇਸ਼ ਦਾ ਰਾਸ਼ਟਰਪਿਤਾ ਕਿਹਾ ਜਾਂਦਾ ਹੈ। ਹੁਣ ਕੀ ਹੈ ਸਟੂਡੈਂਟਸ, ਇਹ ਇੱਕ ਫੈਕਟ ਹੈ, ਇਹ ਇੱਕ ਸੱਚਾਈ ਹੈ, ਹਾਂ ਉਸਨੂੰ ਰਾਸ਼ਟਰਪਿਤਾ ਕਿਹਾ ਜਾਂਦਾ ਹੈਗਾ। ਤਾਂ ਕਰਕੇ ਇਹ ਸੈਂਟੈਂਸ ਕੀ ਹੈ? ਐਸਰਟਿਵ ਸੈਂਟੈਂਸ ਹੈਗਾ। ਸੈਕੰਡ ਐਗਜ਼ਾਮਪਲ, ਸ਼੍ਰੀ ਨਰਿੰਦਰ ਮੋਦੀ ਇਜ਼ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ। ਤਾਂ ਸਟੂਡੈਂਟਸ ਸ਼੍ਰੀ ਨਰਿੰਦਰ ਮੋਦੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਹਨ। ਤਾਂ ਸਟੂਡੈਂਟਸ ਇਹ ਵੀ ਕੀ ਹੈ? ਫੈਕਟ ਹੈਗਾ। ਤਾਂ ਕਰਕੇ ਫੈਕਟ ਹੋਣ ਕਰਕੇ ਦਿਸ ਸੈਂਟੈਂਸ ਇਜ਼ ਆਲਸੋ ਕਾਲਡ ਐਸਰਟਿਵ ਔਰ ਡੈਕਲੇਰੇਟਿਵ ਸੈਂਟੈਂਸ। ਐਂਡ ਦਾ ਥਰਡ ਐਗਜ਼ਾਮਪਲ ਦੇਖੋ ਸਟੂਡੈਂਟਸ, ਰਾਮ ਇਜ਼ ਆ ਗੁੱਡ ਬॉय। ਰਾਮ ਇੱਕ ਚੰਗਾ ਲੜਕਾ ਹੈ। ਹੁਣ ਇਹ ਸਟੂਡੈਂਟਸ ਕੀ ਹੈਗਾ? ਇਹ ਤੁਹਾਡਾ ਹੈ opinion। ਇਹ ਤੁਹਾਡਾ ਕੀ ਹੈ? ਰਾਮ ਇਜ਼ ਆ ਗੁੱਡ ਬॉय। ਇਹ ਸਟੂਡੈਂਟਸ ਕੀ ਹੈ ਤੁਹਾਡਾ? ਇਹ ਹੈ ਤੁਹਾਡਾ opinion। ਤਾਂ ਕਰਕੇ ਸਟੂਡੈਂਟਸ ਇਸ ਨੂੰ ਕੀ ਕਿਹਾ ਜਾਂਦਾ ਹੈਗਾ? ਇਹ ਤਾਂ ਕਰਕੇ ਸਟੂਡੈਂਟਸ ਇਹ ਕੀ ਹੈਗਾ? ਤਾਂ ਸਟੂਡੈਂਟਸ ਰਾਮ ਇਜ਼ ਅ ਗੁੱਡ ਬॉय ਕੀ ਹੈ? ਇੱਕ ਤੁਹਾਡਾ opinion ਹੈ, ਤੁਹਾਡਾ ਵਿਚਾਰ ਹੈ। ਹੁਣ ਰਾਮ ਤੁਹਾਨੂੰ ਚੰਗਾ ਲੱਗ ਰਿਹਾ ਹੈ ਨਾ, ਤਾਂ ਕਿਸੇ ਹੋਰ ਲਈ ਮੇ ਵੀ ਉਹਨੂੰ ਲੱਗਦਾ ਹੋਵੇ ਕਿ ਰਾਮ ਇਜ਼ ਅ ਬੈਡ ਬॉय, ਪਰ ਨਹੀਂ, ਤੁਹਾਡਾ ਵਿਚਾਰ ਕੀ ਹੈ? ਹੀ ਇਜ਼ ਆ ਗੁੱਡ ਬॉय ਹੈ ਨਾ। ਤਾਂ ਕਰਕੇ ਕੋਈ ਵੀ ਜਦੋਂ ਸੈਂਟੈਂਸ ਹੁੰਦਾ ਜਿਸ ਵਿੱਚ ਤੁਹਾਡਾ opinion ਹੁੰਦਾ ਤਾਂ ਉਸ ਨੂੰ ਅਸੀਂ ਐਸਰਟਿਵ ਕਹਿੰਦੇ ਹੈਗੇ। ਇੱਕ ਦੇਖੋ ਹੋਰ ਐਗਜ਼ਾਮਪਲ ਇਹ ਹੈ, ਆ ਡੌਗ ਇਜ਼ ਆ ਮੈਨਜ਼ ਬੈਸਟ ਫਰੈਂਡ। ਇੱਕ ਜਿਹੜਾ ਡੌਗ ਹੈਗਾ ਇਨਸਾਨ ਦਾ ਜਾਂ ਆਦਮੀ ਦਾ ਪੱਕਾ ਮਿੱਤਰ ਹੈ। ਤਾਂ ਇਹ ਸਟੂਡੈਂਟਸ ਕੀ ਹੈਗਾ? ਇਹ ਹੈ ਤੁਹਾਡਾ opinion ਔਰ ਆਈਡੀਆ। ਤਾਂ ਕਰਕੇ ਸਟੂਡੈਂਟਸ ਜੋ ਵੀ ਤੁਹਾਡਾ ਕੀ ਹੈਗਾ, ਕੋਈ ਸੈਂਟੈਂਸ ਜਿਸ ਵਿੱਚ ਫੈਕਟ, opinion ਔਰ ਆਈਡੀਆ ਦਿੱਤਾ ਹੁੰਦਾ ਜਾਂ ਸੱਚ ਜਾਂ ਕੋਈ ਤੁਹਾਡਾ ਵਿਚਾਰ ਦਿੱਤਾ ਹੁੰਦਾ, ਉਹਨਾਂ ਸੈਂਟੈਂਸ ਨੂੰ ਅਸੀਂ ਕਿਹੜੀ ਕੈਟਾਗਰੀ ਵਿੱਚ ਰੱਖਦੇ ਹਾਂ? ਉਹਨਾਂ ਨੂੰ ਅਸੀਂ ਐਸਰਟਿਵ ਜਾਂ ਡੈਕਲੇਰੇਟਿਵ ਸੈਂਟੈਂਸ ਆਖਦੇ ਹਾਂ। ਹਾਂਜੀ ਸਟੂਡੈਂਟਸ, ਸੈਕੰਡ ਕੈਟੇਗਰੀ ਦੇਖੋ, ਇੰਪੈਰੇਟਿਵ ਸੈਂਟੈਂਸ। ਇੰਪੈਰੇਟਿਵ ਸੈਂਟੈਂਸ ਹੁਣ ਇੰਪੈਰੇਟਿਵ ਕਿਹੜੇ ਹੁੰਦੇ ਆ? ਸੱਚ ਸੈਂਟੈਂਸ ਅਜਿਹੇ ਵਾਕ ਆਰ ਯੂਜ਼ਡ, ਇਹ ਵਰਤੇ ਜਾਂਦੇ ਨੇ ਟੂ ਪਰਮਿਟ, ਕਿਸੇ ਨੂੰ ਪਰਮਿਸ਼ਨ ਦੇਣ ਦੇ ਲਈ, ਪਰਮਿਟ ਕਰਨ ਦੇ ਲਈ, ਜਾਂ ਫਿਰ ਕਮਾਂਡ, ਕਿਸੇ ਨੂੰ ਆਰਡਰ ਲਈ, ਔਰ ਰਿਕੁਐਸਟ ਜਾਂ ਫਿਰ ਬੇਨਤੀ ਲਈ। ਉਹ ਸੈਂਟੈਂਸ ਜਿਨ੍ਹਾਂ ਦੇ ਵਿੱਚ ਕੋਈ ਤੁਹਾਨੂੰ ਪਰਮਿਸ਼ਨ, ਆਰਡਰ ਜਾਂ ਰਿਕੁਐਸਟ ਕੀਤੀ ਜਾਂਦੀ ਹੈ, ਉਹਨਾਂ ਸੈਂਟੈਂਸ ਨੂੰ ਅਸੀਂ ਕਿਹੜੇ ਸੈਂਟੈਂਸ ਆਖਦੇ ਹਾਂ? ਇੰਪੈਰੇਟਿਵ ਸੈਂਟੈਂਸ ਜੀ। ਫਾਰ ਐਗਜ਼ਾਮਪਲ ਦੇਖ ਲਓ ਸਟੂਡੈਂਟਸ, ਸਿਟ ਹੇਅਰ, ਇੱਥੇ ਬੈਠੋ, ਕਮ ਹੇਅਰ, ਇੱਧਰ ਆਓ। ਤਾਂ ਇਹਨਾਂ ਦੋਨਾਂ ਸੈਂਟੈਂਸ ਦੇ ਵਿੱਚ ਕੀ ਹੈ? ਤੁਹਾਨੂੰ ਆਰਡਰ ਮਿਲ ਰਿਹਾ ਜਾਂ ਕਮਾਂਡ ਮਿਲ ਰਹੀ ਹੈ। ਠੀਕ ਹੈ ਸਟੂਡੈਂਟਸ, ਤਾਂ ਜਿਨ੍ਹਾਂ ਦੇ ਵਿੱਚ ਆਰਡਰ ਜਾਂ ਕਮਾਂਡ ਮਿਲੇ ਉਹ ਕਿਹੜੇ ਨੇ? ਇੰਪੈਰੇਟਿਵ। ਦੈਟਸ ਵਾਈ ਦੀਜ਼ ਟੂ ਸੈਂਟੈਂਸਸ ਆਰ ਕਾਲਡ ਇੰਪੈਰੇਟਿਵ ਸੈਂਟੈਂਸਸ। ਸੈਕੰਡ, ਥਰਡ ਅਤੇ ਫੋਰਥ ਐਗਜ਼ਾਮਪਲ ਦੇਖੋ ਸਟੂਡੈਂਟਸ। ਥਰਡ, ਲੈਟ ਮੀ ਗੋ, ਮੈਨੂੰ ਜਾਣ ਦਿਓ, ਲੈਟ ਹਿਮ ਪਲੇ, ਉਸਨੂੰ ਖੇਡਣ ਦਿਓ। ਤਾਂ ਦੋਨੇ ਸਟੂਡੈਂਟਸ ਕੀ ਨੇ? ਇਹ ਸੈਂਟੈਂਸ ਇਹ ਇਹਨਾਂ ਦੇ ਵਿੱਚ ਤੁਹਾਨੂੰ ਕੀ ਕੀਤਾ ਗਿਆ ਗਾ? ਰਿਕੁਐਸਟ ਕੀਤੀ ਗਈ ਹੈ।
ਤਾਂ ਜਿੰਨਾ ਸੈਂਟੈਂਸ ਦੇ ਵਿੱਚ ਕੀ ਹੈ ਤੁਹਾਨੂੰ ਬੇਨਤੀ ਜਾਂ ਰਿਕੁਐਸਟ ਕੀਤੀ ਜਾਂਦੀ ਹੈ ਉਹਨਾਂ ਨੂੰ ਅਸੀਂ ਇੰਪੈਰੇਟਿਵ ਕਹਿੰਦੇ ਹਾਂ। ਯੂ ਮੇ ਸਿਟ ਹੇਅਰ, ਤੁਸੀਂ ਇੱਥੇ ਬੈਠ ਸਕਦੇ ਹੋ। ਯੂ ਮੇ ਗੋ ਨਾਓ, ਹੁਣ ਤੁਸੀਂ ਜਾ ਸਕਦੇ ਹੋ। ਤਾਂ ਇਹਨਾਂ ਦੋਨਾਂ ਸੈਂਟੈਂਸ ਦੇ ਵਿੱਚ ਤੁਹਾਨੂੰ ਕੀ ਮਿਲਦੀ ਹੈ, ਪਰਮਿਸ਼ਨ ਜਾਂ ਪਰਮਿਟ ਲਗਾ ਲਓ, ਪਰਮਿਟ ਹੈ ਨਾ। ਤਾਂ ਇਹ ਦੋਨੇ ਸੈਂਟੈਂਸ ਜੇ ਪਰਮਿਟ ਨੂੰ ਬਿਲੋਂਗ ਕਰਦੇ ਆ। ਲੈਟ ਮੀ ਗੋ, ਲੈਟ ਹਿਮ ਪਲੇ, ਰਿਕੁਐਸਟ, ਸਿਟ ਹੇਅਰ, ਕਮ ਹੇਅਰ, ਦੋਨੇ ਸੈਂਟੈਂਸ ਜੇ ਕਾਹਦੇ ਨਾਲ, ਕਮਾਂਡ ਦੇ ਨਾਲ। ਤਾਂ ਜਿੰਨਾ ਸਟੂਡੈਂਟਸ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਨ੍ਹਾਂ ਦੇ ਵਿੱਚ ਤੁਹਾਨੂੰ ਕੀ ਹੈਗਾ ਕਮਾਂਡ, ਪਰਮਿਟ ਔਰ ਰਿਕੁਐਸਟ ਹੋਵੇ ਉਹਨਾਂ ਸੈਂਟੈਂਸ ਨੂੰ ਅਸੀਂ ਕੀ ਆਖਦੇ ਹਾਂ, ਵੀ ਕਾਲ ਦੈਮ ਇੰਪੈਰੇਟਿਵ ਸੈਂਟੈਂਸ। ਠੀਕ ਹੈ ਸਟੂਡੈਂਟਸ। ਨਾਓ ਵੀ ਵਿਲ ਡਿਸਕਸ ਅਬਾਊਟ ਦਾ ਇੰਟਰੋਗੇਟਿਵ ਸੈਂਟੈਂਸ ਕਿ ਇੰਟਰੋਗੇਟਿਵ ਸੈਂਟੈਂਸ ਕੀ ਹੁੰਦੇ ਸਟੂਡੈਂਟਸ। ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਵਿੱਚ ਇਹਨਾਂ ਨੂੰ ਪ੍ਰਸ਼ਨਵਾਚਕ ਵਾਕ ਕਿਹਾ ਜਾਂਦਾ ਹੈਗਾ। ਸੱਚ ਸੈਂਟੈਂਸ 'ਚ ਅਜਿਹੇ ਵਾਕ ਯੂਜ਼ਡ ਟੂ ਆਸਕ ਅ ਕੁਐਸਚਨ, ਅਜਿਹੇ ਵਾਕ ਜਿਨ੍ਹਾਂ ਦੇ ਵਿੱਚ ਤੁਹਾਨੂੰ ਕੋਈ ਕੁਐਸਚਨ ਪੁੱਛਿਆ ਜਾਂਦਾ ਹੈਗਾ, ਪ੍ਰਸ਼ਨ ਪੁੱਛਿਆ ਜਾਂਦਾ, ਉਹਨਾਂ ਨੂੰ ਅਸੀਂ ਕੀ ਆਖਦੇ ਹਾਂ, ਇੰਟਰੋਗੇਟਿਵ ਸੈਂਟੈਂਸ ਆਖਦੇ ਹਾਂ। ਫਾਰ ਐਗਜ਼ਾਮਪਲ, ਆਰ ਯੂ ਪਲੇਇੰਗ, ਕਿ ਤੁਸੀਂ ਖੇਡ ਰਹੇ ਹੋ, ਤੁਸੀਂ ਕਹੋਗੇ ਯੈਸ ਔਰ ਨੋ। ਦੈਨ ਵਾਟ ਇਜ਼ ਯੂਅਰ ਨੇਮ, ਤੁਹਾਡਾ ਨਾਮ ਕੀ ਹੈ। ਵੇਅਰ ਆਰ ਯੂ ਗੋਇੰਗ, ਤੁਸੀਂ ਕਿੱਥੇ ਜਾ ਰਹੇ ਹੋ। ਤਾਂ ਸਟੂਡੈਂਟਸ ਦੇਖੋ, ਤੁਸੀਂ ਉਹਨਾਂ ਨੂੰ ਦੱਸੋਗੇ ਕਿ ਹਾਂ ਮੈਂ ਇੱਥੇ ਜਾ ਰਿਹਾ, ਕੋਈ ਪਲੇਸ ਦਾ ਨਾਮ ਲਓਗੇ ਹੈ ਨਾ। ਤਾਂ ਕਰਕੇ ਸਟੂਡੈਂਟਸ ਕੀ ਹੈ, ਇਹਨਾਂ ਤਿੰਨਾਂ ਸੈਂਟੈਂਸ ਦੇ ਵਿੱਚ ਤੁਹਾਨੂੰ ਕੀ ਹੈ, ਕੁਐਸਚਨ ਪੁੱਟ ਕੀਤਾ ਗਿਆ ਹੈਗਾ। ਤਾਂ ਕਰਕੇ ਸਟੂਡੈਂਟਸ ਕੀ ਹੈ, ਦੀਜ਼ ਸੈਂਟੈਂਸਿਸ ਆਰ ਕਾਲਡ ਇੰਟਰੋਗੇਟਿਵ ਸੈਂਟੈਂਸ। ਇਸੇ ਤਰ੍ਹਾਂ ਸਟੂਡੈਂਟਸ ਕੀ ਹੈਗਾ ਨੈਕਸਟ, ਐਕਸਕਲੇਮੇਟਰੀ ਸੈਂਟੈਂਸ। ਐਕਸਕਲੇਮੇਟਰੀ ਸੈਂਟੈਂਸ ਦੇਖੋ, ਸੱਚ ਸੈਂਟੈਂਸਿਸ ਆਰ ਯੂਜ਼ਡ ਟੂ ਐਕਸਪ੍ਰੈਸ ਸਡਨ ਇਮੋਸ਼ਨ, ਅਜਿਹੇ ਵਾਕ ਜਿਨ੍ਹਾਂ ਦੇ ਵਿੱਚ ਸਡਨ ਇਮੋਸ਼ਨਸ, ਇੱਕਦਮ ਆਉਣ ਵਾਲੀ ਅੰਦਰੋਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਵਿਅਕਤ ਕਰਨਾ, ਉਹਨਾਂ ਨੂੰ ਪ੍ਰਗਟ ਕਰਦੇ ਹਾਂ ਆਪਾਂ, ਉਹਨਾਂ ਸੈਂਟੈਂਸ ਨੂੰ ਅਸੀਂ ਕੀ ਆਖਦੇ ਹਾਂ, ਐਕਸਕਲੇਮੇਟਰੀ ਸੈਂਟੈਂਸ ਆਖਦੇ ਹਾਂ। ਜਿਵੇਂ ਓ ਮਾਈ ਗੋਡ ਆਈ ਐਮ ਹੈਪੀ ਫॉर ਯੂ, ਕਿਸੇ ਨੇ ਤੁਹਾਨੂੰ ਦੱਸਿਆ ਕਿ ਤੁਸੀਂ ਕੀ ਹੈ IAS ਐਗਜ਼ਾਮ ਪਾਸ ਕਰ ਲਿਆ, ਤਾਂ ਉਸ ਤੋਂ ਬਾਅਦ ਤੁਸੀਂ ਆਪਣੇ ਦੋਸਤ ਲਈ ਇੱਕੋ ਦਮ ਸਡਨ ਇਮੋਸ਼ਨ ਦਿੰਦੇ ਹੋ, ਤੁਸੀਂ ਕਹਿੰਦੇ ਹੋ ਓ ਮਾਈ ਗੋਡ ਆਈ ਐਮ ਹੈਪੀ ਫॉर ਯੂ, ਹੈ ਨਾ। ਐਵੇਂ ਕੀ ਹੈ, ਕਿਸੇ ਦਾ ਤੁਹਾਨੂੰ ਕੋਈ ਬੁਰੀ ਖਬਰ ਮਿਲੀ ਤਾਂ ਤੁਸੀਂ ਇੱਕਦਮ ਉਹਨੂੰ ਕੀ ਕਹਿੰਦੇ, ਹਾਊ ਸੈਡ। ਇਸੇ ਤਰ੍ਹਾਂ ਸਟੂਡੈਂਟਸ ਕੀ ਹੈਗਾ, ਤੁਹਾਨੂੰ ਕਿਸੇ ਨੇ ਗਿਫਟ ਦਿੱਤਾ ਤਾਂ ਇੱਕਦਮ ਤੁਸੀਂ ਕਹਿੰਦੇ ਹੋਗੇ ਓ ਮਾਈ ਗੋਡ ਇਟਸ ਐਨ ਅਮੇਜ਼ਿੰਗ ਗਿਫਟ, ਹੈ ਨਾ, ਉਹ ਕਿੰਨਾ ਵਧੀਆ ਗਿਫਟ ਹੈ ਨਾ। ਤਾਂ ਇਸ ਤਰ੍ਹਾਂ ਸਟੂਡੈਂਟਸ ਕੀ ਹੈ, ਇੱਕਦਮ ਤੁਹਾਡੇ ਕੀ ਨੇ ਇਮੋਸ਼ਨ 'ਚ ਨਿਕਲਦੇ ਆ। ਤਾਂ ਸਟੂਡੈਂਟਸ ਇਹਨਾਂ ਸੈਂਟੈਂਸ ਦੀ ਤੁਹਾਨੂੰ ਇੱਕ ਹੋਰ ਨਿਸ਼ਾਨੀ ਹੈ, ਇਹਨਾਂ ਐਕਸਕਲੇਮੇਟਰੀ ਸੈਂਟੈਂਸ ਦੇ ਪਿੱਛੇ ਹਮੇਸ਼ਾ ਤੁਹਾਨੂੰ ਕੀ ਹੈ, ਡੰਡਾ ਦੇ ਨੀਚੇ ਕੀ ਹੈ, ਬਿੰਦੀ ਲੱਗੀ ਹੁੰਦੀ ਹੈ, ਐਕਸਕਲੇਮੇਟਰੀ ਮਾਰਕ ਕਹਿੰਦੇ ਜਿਹਨੂੰ ਆਪਾਂ। ਹਾਊ ਸੈਡ ਦੇ ਪਿੱਛੇ ਐਵੇਂ, ਇਟਸ ਐਨ ਅਮੇਜ਼ਿੰਗ ਗਿਫਟ ਦੇ ਪਿੱਛੇ ਐਵੇਂ। ਤਾਂ ਸਟੂਡੈਂਟਸ ਤੁਹਾਨੂੰ ਕੀ ਹੈ, ਇਹਨਾਂ ਸੈਂਟੈਂਸ ਦੇ ਪਿੱਛੇ ਹਮੇਸ਼ਾ ਐਕਸਕਲੇਮੇਟਰੀ ਸੈਂਟੈਂਸ ਮਿਲੇਗਾ। ਠੀਕ ਹੈ ਸਟੂਡੈਂਟਸ, ਇਹ ਸੀਗਾ ਐਕਸਕਲੇਮੇਟਰੀ ਸੈਂਟੈਂਸ। ਇਸੇ ਤਰ੍ਹਾਂ ਸਟੂਡੈਂਟਸ ਅਸੀਂ ਹੁਣ ਸੈਕੰਡ ਕੈਟੇਗਰੀ ਕਰਾਂਗੇ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰ ਰਹੇ ਹਾਂ ਐਫਰਮੇਟਿਵ। ਐਫਰਮੇਟਿਵ ਸੈਂਟੈਂਸ ਕੀ ਹੁੰਦਾ, ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਸਟੂਡੈਂਟਸ, ਉਹ ਸੈਂਟੈਂਸ ਜਿਨ੍ਹਾਂ ਦੇ ਵਿੱਚ ਤੁਹਾਡੇ ਨਾਲ ਸਕਾਰਾਤਮਕ ਗੱਲਾਂ ਕੀਤੀਆਂ ਜਾਂਦੀਆਂ ਨੇ, ਜਿਸ ਸੈਂਟੈਂਸ ਦੇ ਵਿੱਚ ਤੁਹਾਡੇ ਨਾਲ ਪੋਜ਼ੀਟਿਵਿਟੀ ਸ਼ੋ ਕੀਤੀ ਜਾਂਦੀ ਹੈ, ਉਹ ਸੈਂਟੈਂਸ ਨੂੰ ਅਸੀਂ ਐਫਰਮੇਟਿਵ ਕਹਿੰਦੇ ਹਾਂ। ਤਾਂ ਸਟੂਡੈਂਟਸ ਉਲਝਣ ਦੀ ਲੋੜ ਨਹੀਂ ਹੈ, ਜੋ ਤੁਹਾਨੂੰ ਕਲਾਸੀਫਿਕੇਸ਼ਨ ਫਸਟ ਹੈ ਉਹ ਮੀਨਿੰਗ ਅਤੇ ਸੈਂਸ ਦੇ ਆਧਾਰ 'ਤੇ ਬਣਾਈ ਗਈ ਹੈ। ਜੋ ਸੈਕੰਡ ਕਲਾਸੀਫਿਕੇਸ਼ਨ ਹੈ ਉਹਦੇ ਵਿੱਚ ਤੁਹਾਨੂੰ ਕੀ ਹੈ, ਵਾਕ ਬਾਰੇ ਦੱਸਿਆ ਗਿਆ ਕਿ ਸੈਂਟੈਂਸ ਦੇ ਵਿੱਚ ਨੋਟ ਯੂਜ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ, ਸੈਂਟੈਂਸ ਪੋਜ਼ੀਟਿਵ ਹੈ ਜਾਂ ਨੈਗੇਟਿਵ ਹੈ। ਇਹ ਨੋਟ ਦੇ ਨੈਗੇਟਿਵਿਟੀ ਅਤੇ ਪੋਜ਼ੀਟਿਵਿਟੀ ਦੇ ਆਧਾਰ 'ਤੇ ਬਣਾਈ ਗਈ ਹੈ ਕਲਾਸੀਫਿਕੇਸ਼ਨ ਸੈਕੰਡ। ਠੀਕ ਹੈ। ਤਾਂ ਐਫਰਮੇਟਿਵ ਸੈਂਟੈਂਸ ਦੇਖੋ, ਐਫਰਮੇਟਿਵ ਸੈਂਟੈਂਸ ਹੁੰਦੇ ਆ ਸਕਾਰਾਤਮਕ ਵਾਕ ਜਿਨ੍ਹਾਂ ਦੇ ਵਿੱਚ ਤੁਹਾਡੇ ਨਾਲ ਪੋਜ਼ੀਟਿਵ ਗੱਲ ਹੀ ਕੀਤੀ ਜਾਂਦੀ ਹੈ। ਜਿਵੇਂ ਪੀਟਰ ਇਜ਼ ਆ ਗੁੱਡ ਬॉय, ਪੀਟਰ ਇੱਕ ਚੰਗਾ ਮੁੰਡਾ ਹੈ ਜਾਂ ਗੁੱਡ ਪਰਸਨ, ਇੱਕ ਚੰਗਾ ਵਿਅਕਤੀ ਹੈ। ਸ਼ੀ ਇਜ਼ ਆ ਬਿਊਟੀਫੁਲ ਗਰਲ, ਉਹ ਇੱਕ ਸੋਹਣੀ ਕੁੜੀ ਹੈ। ਤਾਂ ਇੰਨਾ ਸਟੂਡੈਂਟਸ
सेंटेंस ਦੇ ਵਿੱਚ ਤੁਹਾਡੇ ਨਾਲ ਦੇਖੋ ਪੋਜ਼ਿਟਿਵਿਟੀ ਹੀ ਸ਼ੋ ਕੀਤੀ ਗਈ ਹੈ, ਕਿਤੇ ਕੋਈ ਨੋਟ ਯੂਜ਼ ਨਹੀਂ ਕੀਤਾ ਗਿਆ। ਤਾਂ ਕਰਕੇ ਜਿੰਨਾ ਸੈਂਟੈਂਸ ਦੇ ਵਿੱਚ ਸਕਾਰਾਤਮਕ ਗੱਲਾਂ ਕੀਤੀਆਂ ਜਾਂਦੀਆਂ ਨੇਗੀਆਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਐਫਰਮੇਟਿਵ ਸੈਂਟੈਂਸ ਆਖਦੇ ਹਾਂ। ਸੈਕੰਡ ਦੇਖੋ, ਸੈਕੰਡ ਸਟੂਡੈਂਟਸ ਤੁਹਾਡਾ ਕੀ ਹੈ, ਸੈਕੰਡ ਹੈ ਨੈਗੇਟਿਵ ਸੈਂਟੈਂਸ। ਨੈਗੇਟਿਵ ਸੈਂਟੈਂਸ ਕਿਹੜੇ ਹੁੰਦੇ ਆ, ਜਿਨ੍ਹਾਂ ਦੇ ਵਿੱਚ ਤੁਸੀਂ ਨਕਾਰਾਤਮਕ ਗੱਲਾਂ ਕਰਦੇ ਹੋ, ਨੈਗੇਟਿਵ ਗੱਲਾਂ ਕਰਦੇ ਹੋ, ਉਹਨਾਂ ਨੂੰ ਨੈਗੇਟਿਵ ਸੈਂਟੈਂਸ ਆਖਦੇ ਹਾਂ। ਫਾਰ ਐਗਜ਼ਾਮਪਲ, ਪੀਟਰ ਇਜ਼ ਨੋਟ ਆ ਗੁੱਡ ਪਰਸਨ, ਪੀਟਰ ਇੱਕ ਚੰਗਾ ਵਿਅਕਤੀ ਨਹੀਂ ਹੈ। ਸ਼ੀ ਇਜ਼ ਨੋਟ ਆ ਬਿਊਟੀਫੁਲ ਗਰਲ, ਉਹ ਇੱਕ ਸੋਹਣੀ ਕੁੜੀ ਨਹੀਂ ਹੈ। ਤਾਂ ਦੇਖੋ ਸਟੂਡੈਂਟਸ, ਐਫਰਮੇਟਿਵ ਦੇ ਵਿੱਚ ਪੋਜ਼ਿਟਿਵ ਸੀਗੀਆਂ, ਪਰ ਹੁਣ ਕੀ ਹੋ ਗਿਆ, ਤੁਹਾਡਾ ਸੈਂਟੈਂਸ ਨੈਗੇਟਿਵ ਹੋ ਗਿਆ, ਨੋਟ ਵਰਡ ਯੂਜ ਕਰ ਲਿਆ, ਤਾਂ ਇਹ ਕੀ ਹੋ ਗਏ, ਨੈਗੇਟਿਵ ਸੈਂਟੈਂਸ ਹੋ ਗਏ। ਇਸੇ ਤਰ੍ਹਾਂ ਸਟੂਡੈਂਟਸ ਹੁਣ ਨੈਕਸਟ ਡਿਸਕਸ ਕਰ ਇੰਟਰੋਗੇਟਿਵ ਸੈਂਟੈਂਸ। ਇੰਟਰੋਗੇਟਿਵ ਸੈਂਟੈਂਸ ਕੀ ਹੁੰਦੀ ਹੈ ਸਟੂਡੈਂਟਸ, ਉਹ ਵਾਕ ਜਿਨ੍ਹਾਂ ਦੇ ਵਿੱਚ ਤੁਹਾਨੂੰ ਕੋਈ ਕੁਐਸਚਨ ਪੁੱਟ ਕੀਤਾ ਜਾਂਦਾ ਹੈ, ਜਦੋਂ ਤੁਹਾਨੂੰ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਉਹਨਾਂ ਨੂੰ ਇੰਟਰੋਗੇਟਿਵ ਸੈਂਟੈਂਸ ਕਿਹਾ ਜਾਂਦਾ ਹੈਗਾ। ਫਾਰ ਐਗਜ਼ਾਮਪਲ, ਇਜ਼ ਪੀਟਰ ਆ ਗੁੱਡ ਪਰਸਨ, ਕੀ ਪੀਟਰ ਇੱਕ ਚੰਗਾ ਵਿਅਕਤੀ ਹੈ। ਇਜ਼ ਸ਼ੀ ਆ ਬਿਊਟੀਫੁਲ ਗਰਲ, ਕੀ ਉਹ ਖੂਬਸੂਰਤ ਕੁੜੀ ਹੈ। ਤਾਂ ਦੇਖੋ ਸਟੂਡੈਂਟਸ, ਹੁਣ ਤੁਸੀਂ ਕਹੋਗੇ ਯੈਸ ਸ਼ੀ ਇਜ਼ ਆ ਬਿਊਟੀਫੁਲ ਗਰਲ ਔਰ ਸ਼ੀ ਇਜ਼ ਨਾਟ ਆ ਬਿਊਟੀਫੁਲ ਗਰਲ। ਇਹ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਆਨਸਰ ਹੈ ਜਿਹੜਾ ਉਹ ਐਫਰਮੇਟਿਵ ਦੇਣਾ ਜਾਂ ਨੈਗੇਟਿਵ ਦੇਣਾ ਹੈਗਾ। ਤਾਂ ਸਟੂਡੈਂਟਸ ਕੀ ਹੈਗਾ, ਜਿੰਨਾ ਸੈਂਟੈਂਸ ਜਿਹਦੇ ਵਿੱਚ ਤੁਹਾਨੂੰ ਕੋਈ ਕੁਐਸਚਨ ਪੁੱਟ ਕੀਤਾ ਜਾਂਦਾ ਉਹਨਾਂ ਨੂੰ ਅਸੀਂ ਇੰਟਰੋਗੇਟਿਵ ਸੈਂਟੈਂਸ ਆਖਦੇ ਹਾਂ। ਤਾਂ ਇੱਕ ਸਟੂਡੈਂਟਸ ਹੋਰ ਹੈ, ਇਨ ਦਾ ਐਂਡ ਆਫ ਦਾ ਇੰਟਰੋਗੇਟਿਵ ਸੈਂਟੈਂਸ ਵੀ ਆਲਵੇਜ਼ ਯੂਜ਼ ਇੰਟਰੋਗੇਟਿਵ ਸਾਈਨ। ਠੀਕ ਹੈ ਸਟੂਡੈਂਟਸ, ਦੈਨ ਵੀ ਵਿਲ ਡਿਸਕਸ ਅਬਾਊਟ ਨੈਗੇਟਿਵ ਇੰਟਰੋਗੇਟਿਵ। ਹੁਣ ਸਟੂਡੈਂਟਸ, ਨੈਗੇਟਿਵ ਇੰਟਰੋਗੇਟਿਵ ਸੈਂਟੈਂਸ ਕੀ ਹੁੰਦੇ ਨੇਗੇ, ਉਹ ਸੈਂਟੈਂਸ ਜਿਨ੍ਹਾਂ ਦੇ ਵਿੱਚ ਨੈਗੇਟਿਵਿਟੀ ਵੀ ਸ਼ੋ ਕੀਤੀ ਜਾਂਦੀ ਹੈ ਅਤੇ ਕੁਐਸਚਨ ਵੀ ਪੁੱਟ ਕੀਤਾ ਜਾਂਦਾ ਹੈ। ਮੀਨਸ ਕਿ ਨੈਗੇਟਿਵ ਅਤੇ ਇੰਟਰੋਗੇਟਿਵ ਸੈਂਟੈਂਸ 'ਚੋਂ ਮਿਲਾ ਕੇ ਇੱਕ ਨਿਊ ਸੈਂਟੈਂਸ ਜਿਹੜਾ ਤਿਆਰ ਕੀਤਾ ਜਾਂਦਾ ਹੈ, ਉਸ ਨੂੰ ਅਸੀਂ ਨੈਗੇਟਿਵ ਇੰਟਰੋਗੇਟਿਵ ਸੈਂਟੈਂਸ ਆਖਦੇ ਹਾਂ। ਜਿਵੇਂ ਵਾਈ ਇਜ਼ ਪੀਟਰ ਨਾਟ ਆ ਗੁੱਡ ਪਰਸਨ, ਪੀਟਰ ਇੱਕ ਚੰਗਾ ਵਿਅਕਤੀ ਕਿਉਂ ਨਹੀਂ ਹੈ। ਵਾਈ ਇਜ਼ ਸ਼ੀ ਨਾਟ ਆ ਬਿਊਟੀਫੁਲ ਗਰਲ, ਉਹ ਇੱਕ ਸੋਹਣੀ ਕੁੜੀ ਕਿਉਂ ਨਹੀਂ ਹੈ। ਦੇਖੋ ਸਟੂਡੈਂਟਸ, ਨਾਲੇ ਤਾਂ ਇਹਨਾਂ ਦੇ ਵਿੱਚ WH ਫੈਮਿਲੀ ਵਾਲੇ ਵਰਡ ਯੂਜ ਕਰਕੇ ਇਹਨਾਂ ਨੂੰ ਇੰਟਰੋਗੇਟਿਵ ਬਣਾਤਾ, ਅਤੇ ਨਾਲ ਦੀ ਨਾਲ ਹੀ ਕੀ ਕਰਤਾ, ਨੋਟ ਵਰਡ ਯੂਜ ਕਰਕੇ ਦੋਨਾਂ ਦੇ ਵਿੱਚ ਕੀ ਕਰਤਾ, ਨੈਗੇਟਿਵ ਬਣਾ ਦਿੱਤੇ। ਤਾਂ ਇੱਕ ਸਟੂਡੈਂਟਸ, ਇੱਕ ਨਿਊ ਸੈਂਟੈਂਸ ਤਿਆਰ ਹੋ ਗਿਆ ਜਿਸ ਨੂੰ ਅਸੀਂ ਨੈਗੇਟਿਵ ਇੰਟਰੋਗੇਟਿਵ ਸੈਂਟੈਂਸ ਆਖਦੇ ਹਾਂ। ਤਾਂ ਸਟੂਡੈਂਟਸ, ਇਹ ਸੀਗਾ ਕਲਾਸੀਫਿਕੇਸ਼ਨ ਸੈਕੰਡ ਦਾ ਐਫਰਮੇਟਿਵ, ਨੈਗੇਟਿਵ ਇੰਟਰੋਗੇਟਿਵ, ਨੈਗੇਟਿਵ ਇੰਟਰੋਗੇਟਿਵ ਸੈਂਟੈਂਸ। ਤਾਂ ਸਟੂਡੈਂਟਸ, ਇੱਕ ਵਾਰ ਫਿਰ ਮੈਂ ਤੁਹਾਨੂੰ ਇਹ ਕਲਾਸੀਫਿਕੇਸ਼ਨ ਜੋ ਹੈ ਇਸ ਵਿੱਚ ਉਲਝਣ ਦੀ ਲੋੜ ਨਹੀਂ ਹੈ। ਸੈਂਟੈਂਸ ਦੀ ਕਲਾਸੀਫਿਕੇਸ਼ਨ 1 ਅਤੇ ਕਲਾਸੀਫਿਕੇਸ਼ਨ ਸੈਕੰਡ ਵਿੱਚ ਉਲਝਣ ਦੀ ਲੋੜ ਨਹੀਂ ਹੈ। ਜੋ ਕਲਾਸੀਫਿਕੇਸ਼ਨ 1 ਹੈਗੀ, ਇਹ ਸਾਡੀ ਮੀਨਿੰਗ ਅਤੇ ਸੈਂਸ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਜੋ ਕਲਾਸੀਫਿਕੇਸ਼ਨ ਸੈਕੰਡ ਹੈ ਸਟੂਡੈਂਟਸ, ਜੋ ਕਲਾਸੀਫਿਕੇਸ਼ਨ ਸੈਕੰਡ ਹੈ, ਇਹ ਸਾਡੀ ਨੈਗੇਟਿਵ ਹੈ ਸੈਂਟੈਂਸ ਜਾਂ ਪੋਜ਼ਿਟਿਵ ਹੈ, ਉਸ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਤਾਂ ਸੈਂਟੈਂਸ ਦੇ ਵਿੱਚ ਨੋਟ ਯੂਜ ਕੀਤਾ ਗਿਆ ਜਾਂ ਨਹੀਂ, ਉਹਨਾਂ ਦੇ ਆਧਾਰ 'ਤੇ ਹੀ ਕਲਾਸੀਫਿਕੇਸ਼ਨ ਸੈਕੰਡ ਤਿਆਰ ਕੀਤੀ ਗਈ ਹੈ। ਠੀਕ ਹੈ ਸਟੂਡੈਂਟਸ, ਤਾਂ ਤੁਹਾਨੂੰ ਸੈਂਟੈਂਸ ਕਰਵਾਇਆ ਕਿਉਂ ਗਿਆ ਮੇਨ, ਕਿਉਂਕਿ ਸਟੂਡੈਂਟਸ ਜਦੋਂ ਅਸੀਂ ਅੱਗੇ ਗ੍ਰਾਮਰ ਕਰਾਂਗੇ, ਜਦੋਂ ਅਸੀਂ ਟੈਂਸ ਕਰਾਂਗੇ, ਤਾਂ ਜਦੋਂ ਟੈਂਸ ਦੀਆਂ ਅੱਗੇ ਟਾਈਪਸ ਕਰਾਂਗੇ ਉਹਨਾਂ ਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਕਿ ਪੋਜ਼ਿਟਿਵ ਸੈਂਟੈਂਸ ਕਿਵੇਂ ਬਣਾਉਣਾ ਹੈ, ਐਫਰਮੇਟਿਵ ਸੈਂਟੈਂਸ ਕਿਵੇਂ ਬਣਾਉਣਾ ਹੈ, ਨੈਗੇਟਿਵ ਕਿਵੇਂ ਬਣਾਉਣਾ ਹੈ, ਇੰਟਰੋਗੇਟਿਵ ਕਿਵੇਂ ਬਣਾਉਣਾ ਹੈ। ਠੀਕ ਹੈ ਸਟੂਡੈਂਟਸ, ਤਾਂ ਕਰਕੇ ਜਦੋਂ ਪਹਿਲਾਂ ਤੁਹਾਨੂੰ ਪਤਾ ਹੋਏਗਾ ਕਿ ਐਫਰਮੇਟਿਵ ਸੈਂਟੈਂਸ, ਨੈਗੇਟਿਵ ਇੰਟਰੋਗੇਟਿਵ ਸੈਂਟੈਂਸ ਹੈ ਕੀ, ਫਿਰ ਹੀ ਸਟੂਡੈਂਟਸ ਤੁਹਾਨੂੰ ਕੀ ਹੈ ਟੈਂਸ ਜ਼ਿਆਦਾ ਕਲੀਅਰ ਹੋਣਗੇ। ਸੋ ਸਟੂਡੈਂਟਸ, ਇਸ ਲੈਕਚਰ ਨੂੰ ਬਹੁਤ ਧਿਆਨ ਨਾਲ ਸੁਣਨਾ। ਜੇਕਰ ਕੋਈ ਪ੍ਰੋਬਲਮ ਹੋਈ ਯੂ ਕੈਨ ਕਾਲ ਮੀ ਐਂਡ ਥੈਂਕ ਯੂ, ਹੈਵ ਅ ਨਾਈਸ ਡੇ।